क्लास 10वीं ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ ਭੂਮੀ ਵਰਤੋਂ ਤੇ ਖੇਤੀਬਾੜੀ 10/10/2020 ਰੋਜ਼ਾਨਾ ਦਾ ਕੰਮ ਸਮਾਜਿਕ ਸਿੱਖਿਆ ਜਮਾਤ 10ਵੀਂ ਮਿਤੀ 10/10/2020 ਭਾਗ ਦੂਜਾ ਪਾਠ 6ਵਾਂ ਭੂਮੀ ਵਰਤੋਂ ਤੇ ਖੇਤੀਬਾੜੀ ਲਰਨਿੰਗ ਆਊਟਕਮਸ। ਦੇਸ਼ ਵਿੱਚ ਉਪਲਬਧ ਕੁੱਲ ਭੂਮੀ ਨੂੰ ਅਲੱਗ-ਅਲੱਗ ਮੱਦਾਂ ਜਿਵੇਂ ਕਿ ਖੇਤੀ ਖੇਤਰ, ਚਰਾਗਾਹਾਂ, ਵਨ ਅਤੇ ਬੰਜਰ ਭੂਮੀ ਦੀ ਵੰਡ ਨੂੰ ਸਮਝਾਉਣਾ। ਦੇਸ਼ ਵਿੱਚ 22.6% ਜ਼ਮੀਨ ਜੰਗਲਾਂ ਹੇਠ ਹੈ, ਜੋ ਕਿ ਵਿਗਿਆਨਕ ਨਜ਼ਰ ਤੋਂ ਬਹੁਤ ਘੱਟ ਹੈ। ਆਤਮ ਨਿਰਭਰ ਆਰਥਿਕ ਪ੍ਰਣਾਲੀ ਅਤੇ ਅਨੁਕੂਲ ਵਾਤਾਵਰਨ ਸੰਤੁਲਨ ਦੇ ਲਈ ਦੇਸ਼ ਦੇ 1/3 ਖੇਤਰ ਵਿੱਚ ਵਣਾਂ ਅਤੇ ਕੁਦਰਤੀ ਬਨਸਪਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਅੰਕੜਿਆਂ ਦੇ ਅਨੁਸਾਰ ਆਜ਼ਾਦੀ ਦੇ ਬਾਅਦ ਜੰਗਲੀ ਖੇਤਰ ਵਿੱਚ ਵਾਧਾ ਹੋਇਆ ਹੈ। ਜੰਗਲੀ ਖੇਤਰ 1950-51 ਵਿੱਚ ਕੇਵਲ 4 ਕਰੋੜ ਹੈਕਟੇਅਰ ਜਾਂ 14.2% ਸੀ, ਜੋ ਕਿ ਵੱਧ ਕੇ 1997 ਵਿੱਚ 6.8 ਕਰੋੜ ਹੈਕਟੇਅਰ ਜਾਂ 22.3% ਹੋ ਗਿਆ। ਇਸ ਦੇ ਬਾਵਜੂਦ ਵੀ ਇਹ ਜੰਗਲੀ ਖੇਤਰ ਆਦਰਸ਼ ਵਨ ਖੇਤਰਫਲ ਤੋਂ 11% ਜਾਂ 3.2 ਕਰੋੜ ਹੈਕਟੇਅਰ ਘੱਟ ਹੈ। ਜੰਗਲ ਖੇਤਰ ਦੇ ਵਧਣ ਦੇ ਅਨੇਕਾਂ ਮਹੱਤਵਪੂਰਨ ਲਾਭ ਹਨ। ਵਣਾਂ ਦਾ ਵਾਤਾਵਰਨ ਸੰਤੁਲਨ ਬਣਾਏ ਰੱਖਣ ਨਾਲ ਕਾਰਬਨ ਡਾਈਆਕਸਾਈਡ ਗੈਸ ਦੀ ਵਰਤੋਂ ਕਰਕੇ ਮਹੱਤਵਪੂਰਨ ਯੋਗਦਾਨ ਬਣਦਾ ਹੈ। ਸਾਡੇ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਦੇ ਵਧਣ ਨਾਲ ਗ੍ਰੀਨ ਹਾਊਸ ਅਸਰ ਵੱਧ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਸਾਰੇ ਸੰਸਾਰ ਵਿੱਚ ਤਾਪਮਾਨ ਵੱਧ ਸਕਦਾ ਹੈ। ਇਹ ਤਾਪਮਾਨ ਦਾ ਵਾਧਾ ਬਰਫ਼ ਦੀਆਂ ਸਫੈਦ ਚਾਦਰਾਂ ਨੂੰ ਪਿਘਲਾ ਕੇ ਸਮੁੰਦਰਾਂ ਦੇ ਜੰਗਲ ਸਤਰ ਨੂੰ ਵਧਾ ਸਕਦੀ ਹੈ, ਜਿਸ ਨਾਲ ਸਾਰੇ ਸੰਸਾਰ ਵਿੱਚ ਸਮੁੰਦਰੀ ਤੱਟਾਂ ਦੇ ਨੇੜੇ ਵਸੇ ਹੋਏ ਨੀਵੇਂ ਖੇਤਰ ਪਾਣੀ ਵਿੱਚ ਡੁੱਬ ਜਾਣਗੇ। ਇਸ ਤੋਂ ਇਲਾਵਾ ਵਣ ਜੰਗਲੀ ਜੀਵਾਂ ਦੇ ਘਰ ਵੀ ਹਨ, ਜਿੱਥੇ ਉਹਨਾਂ ਨੂੰ ਆਸਰਾ ਮਿਲਦਾ ਹੈ। ਵਣਾਂ ਨਾਲ ਹੀ ਵਰਖਾ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ ਤੇ ਸੋਕਾ ਬਾਰ-ਬਾਰ ਨਹੀਂ ਪੈਂਦਾ। ਜੰਗਲਾਂ ਨਾਲ ਕੇਵਲ ਪਾਣੀ ਦੀ ਹੀ ਸੰਭਾਲ ਨਹੀਂ ਹੁੰਦੀ, ਬਲਕਿ ਇਹ ਮਿੱਟੀ ਦੀ ਰੱਖਿਆ ਵੀ ਕਰਦੇ ਹਨ। ਇਸ ਤਰ੍ਹਾਂ ਇਹ ਨਦੀਆਂ ਵਿੱਚ ਆਉਣ ਵਾਲੇ ਤਬਾਹਕੁਨ ਹੜ੍ਹਾਂ ਨੂੰ ਵੀ ਰੋਕਣ ਵਿੱਚ ਸਮਰੱਥ ਹਨ। ਭਾਰਤ ਵਿੱਚ ਲਗਭਗ 2 ਕਰੋੜ ਹੈਕਟੇਅਰ ਜ਼ਮੀਨ ਅਜਿਹੀ ਹੈ ਜਿਸ ਦਾ ਇਸ ਸਮੇਂ ਪ੍ਰਯੋਗ ਨਹੀਂ ਹੋ ਰਿਹਾ ਹੈ। ਇਸ ਜ਼ਮੀਨ ਨੂੰ ਬੰਜਰ ਜ਼ਮੀਨ ਕਿਹਾ ਜਾਂਦਾ ਹੈ। ਇਸ ਵਿੱਚ ਖੁਸ਼ਕ ਚਟਾਨੀ ਅਤੇ ਰੇਤਲੇ ਮਾਰੂਥਲ ਸ਼ਾਮਲ ਹਨ। ਉੱਚੇ ਪਰਬਤ ਅਤੇ ਬੇਕਾਰ ਭੂਮੀ ਵੀ ਇਸੇ ਵਰਗ ਦੇ ਅਧੀਨ ਆਉਂਦਾ ਹੈ। ਕਦੇ-ਕਦੇ ਮਨੁੱਖ ਵੀ ਆਪਣੀਆਂ ਵਿਨਾਸ਼ਕਾਰੀ ਕਿਰਿਆਵਾਂ ਜਿਵੇਂ ਵਣਾਂ ਦਾ ਵਿਨਾਸ਼ ਅਤੇ ਹੱਦੋਂ ਵੱਧ ਪਸ਼ੂ ਚਰਾਈ ਕਰਨ ਕਰਕੇ ਵੀ ਬੰਜਰ ਭੂਮੀ ਦਾ ਖੇਤਰ ਵਧਾਉਣ ਵਿੱਚ ਸਹਾਇਤਾ ਕਰਦੇ ਹਨ। ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਬੰਜਰ ਭੂਮੀ ਖੇਤਰਫਲ ਵਿੱਚ ਬਹੁਤ ਘਟ ਆਈ ਹੈ। ਇਸ ਤਰ੍ਹਾਂ ਜ਼ਮੀਨ ਦਾ ਹਿੱਸਾ 1950-51 ਵਿੱਚ 12.8% ਤੋਂ ਘਟ ਕੇ 1992-93 ਵਿੱਚ ਕੇਵਲ 6.3% ਰਹਿ ਗਿਆ ਹੈ। ਦੂਸਰੇ ਸ਼ਬਦਾਂ ਵਿੱਚ ਪਿਛਲੇ 42 ਸਾਲਾਂ ਵਿੱਚ ਦੇਸ਼ ਵਿੱਚ ਬੰਜਰ ਭੂਮੀ ਘਟ ਕੇ ਅੱਧੀ ਰਹਿ ਗਈ ਹੈ। ਪ੍ਰਸ਼ਨ ਪਹਿਲਾ, ਦੇਸ਼ ਦੇ ਕਿੰਨੇ ਹੈਕਟੇਅਰ ਜ਼ਮੀਨ ਦਾ ਇਸ ਸਮੇਂ ਪ੍ਰਯੋਗ ਨਹੀਂ ਹੋ ਰਿਹਾ ਹੈ? ਉੱਤਰ, ਭਾਰਤ ਵਿੱਚ 2 ਕਰੋੜ ਹੈਕਟੇਅਰ ਜ਼ਮੀਨ ਅਜਿਹੀ ਹੈ ਜਿਸ ਦਾ ਇਸ ਸਮੇਂ ਪ੍ਰਯੋਗ ਨਹੀਂ ਹੋ ਰਿਹਾ ਹੈ। ਪ੍ਰਸ਼ਨ ਦੂਜਾ, ਬੰਜਰ ਜ਼ਮੀਨ ਕਿਸ ਨੂੰ ਕਿਹਾ ਜਾਂਦਾ ਹੈ? ਉੱਤਰ, ਭਾਰਤ ਵਿੱਚ 2 ਕਰੋੜ ਹੈਕਟੇਅਰ ਜ਼ਮੀਨ ਅਜਿਹੀ ਹੈ ਜਿਸ ਦਾ ਇਸ ਸਮੇਂ ਪ੍ਰਯੋਗ ਨਹੀਂ ਹੋ ਰਿਹਾ ਹੈ। ਇਸ ਨੂੰ ਬੰਜਰ ਜ਼ਮੀਨ ਕਿਹਾ ਜਾਂਦਾ ਹੈ। ਪ੍ਰਸ਼ਨ ਤੀਜਾ, ਰਹੀਮ ਪਹਾੜਾਂ ਵਿੱਚ ਘੁੰਮਣ ਆਏ ਸਾਥੀਆਂ ਨੂੰ ਜੰਗਲਾਂ ਦੇ ਫਾਇਦੇ ਦੱਸ ਰਿਹਾ ਸੀ। ਬੱਚਿਓ, ਕੀ ਤੁਸੀਂ ਦੱਸ ਸਕਦੇ ਹੋ ਕਿ ਉਸਨੇ ਕਿਹੜੇ-ਕਿਹੜੇ ਫਾਇਦੇ ਦੱਸੇ ਹੋਣਗੇ? ਵਰਖਾ ਹੋਣ ਵਿੱਚ ਸਹਾਈ, ਮਿੱਟੀ ਦੀ ਰੱਖਿਆ, ਜੰਗਲੀ ਜੀਵਾਂ ਦਾ ਘਰ, ਉਪਰੋਕਤ ਸਾਰੇ। ਉੱਤਰ, ਉਪਰੋਕਤ ਸਾਰੇ। ਪ੍ਰਸ਼ਨ ਚੌਥਾ, ਦੇਸ਼ ਵਿੱਚ ਵਣਾਂ ਹੇਠ ਜ਼ਮੀਨ ਘੱਟ ਹੋਣ ਕਾਰਨ ਅਨੁਕੂਲ ਵਾਤਾਵਰਨ ਸੰਤੁਲਨ ਬਣਾਈ ਰੱਖਣ ਲਈ ਦਿੱਕਤ ਆ ਰਹੀ ਹੈ, ਜਿਸ ਨਾਲ ਕਈ ਬਿਮਾਰੀਆਂ ਵੱਧ ਰਹੀਆਂ ਹਨ। ਅਨੁਕੂਲ ਵਾਤਾਵਰਨ ਬਣਾਈ ਰੱਖਣ ਲਈ ਜੰਗਲ ਵੱਧ ਹੋਣੇ ਚਾਹੀਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਸਮੇਂ ਭਾਰਤ ਦੀ ਕਿੰਨੀ ਜ਼ਮੀਨ ਜੰਗਲਾਂ ਹੇਠ ਹੈ? 33.3%, 22.6%, 45%, 15%। ਉੱਤਰ, 22.6%। ਖਾਲੀ ਥਾਵਾਂ ਭਰੋ। ਅਨੁਕੂਲ ਵਾਤਾਵਰਨ
ਸੰਤੁਲਨ ਦੇ ਲਈ ਦੇਸ਼ ਦੇ ਡੈਸ਼ ਖੇਤਰ ਵਿੱਚ ਵੰਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ। 1/3 ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਨਾਲ ਡੈਸ਼ ਵੱਧ ਸਕਦਾ ਹੈ। ਗ੍ਰੀਨ ਹਾਊਸ ਖੁਸ਼ਕ ਚਟਾਨੀ ਅਤੇ ਰੇਤਲੀ ਮਾਰੂਥਲ ਵਾਲੀ ਜ਼ਮੀਨ ਨੂੰ ਡੈਸ਼ ਜ਼ਮੀਨ ਕਿਹਾ ਜਾਂਦਾ ਹੈ। ਬੰਜਰ। ਰਿਵੀਜ਼ਨ ਪਾਠ ਪੁਸਤਕ ਆਧਾਰਿਤ 125 ਤੋਂ 130 ਸ਼ਬਦਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਕਾਪੀਆਂ 'ਤੇ ਲਿਖੋ ਅਤੇ ਯਾਦ ਕਰੋ। ਪ੍ਰਸ਼ਨ ਪਹਿਲਾ, ਭਾਰਤ ਦੀ ਅਨੇਕਤਾ ਵਿੱਚ ਏਕਤਾ ਬਣਾਏ ਰੱਖਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ? ਪ੍ਰਸ਼ਨ ਦੂਜਾ, ਸਵੈਜਨਕ ਵਿੱਤ ਤੋਂ ਕੀ ਭਾਵ ਹੈ? ਪ੍ਰਤੱਖ ਅਤੇ ਅਪ੍ਰਤੱਖਕਰਾਂ ਦੀਆਂ ਉਦਾਹਰਨ ਸਹਿਤ ਵਿਆਖਿਆ ਕਰੋ। ਪ੍ਰਸ਼ਨ ਤੀਜਾ, ਹਿਮਾਲਿਆ ਅਤੇ ਉੱਤਰੀ ਪੱਛਮੀ ਪਹਾੜੀਆਂ ਦਾ ਵਰਣਨ ਕਰੋ। ਪ੍ਰਸ਼ਨ ਚੌਥਾ, ਮੌਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਮੂਲ ਭੇਦ ਦੱਸੋ। ਪ੍ਰਸ਼ਨ, ਭਾਰਤ ਦੀ ਅਨੇਕਤਾ ਵਿੱਚ ਏਕਤਾ ਬਣਾਈ ਰੱਖਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ? ਉੱਤਰ, ਭਾਰਤ ਅਨੇਕਤਾਵਾਂ ਦਾ ਦੇਸ਼ ਹੈ, ਫਿਰ ਵੀ ਸਾਡੇ ਸਮਾਜ ਵਿੱਚ ਇੱਕ ਵਿਸ਼ੇਸ਼ ਏਕਤਾ ਵਿਖਾਈ ਦਿੰਦੀ ਹੈ। ਭਾਰਤੀ ਸਮਾਜ ਨੂੰ ਏਕਤਾ ਮੁਹੱਈਆ ਕਰਨ ਵਾਲੇ ਮੁੱਖ ਤੱਤ ਹੇਠ ਲਿਖੇ ਹਨ। ਮਾਨਸੂਨੀ ਤੱਤ। ਮਾਨਸੂਨ ਪੌਣਾ ਵਧੇਰੇ ਵਰਖਾ ਗਰਮੀ ਦੀ ਰੁੱਤ ਵਿੱਚ ਕਰਦੀਆਂ ਹਨ। ਇਸ ਨਾਲ ਦੇਸ਼ ਦੀ ਖੇਤੀ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਆਰਥਿਕ ਹਾਲਤ ਵੀ। ਮਾਨਸੂਨੀ ਪੌਣਾ ਪਹਾੜੀ ਪ੍ਰਦੇਸ਼ਾਂ ਵਿੱਚ ਵਰਖਾ ਰਾਹੀਂ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਂਦੀਆਂ ਹਨ। ਇਸੇ ਕਾਰਨ ਪੇਂਡੂ ਜਨਸੰਖਿਆ ਨੂੰ ਰੋਜ਼ੀ ਮਿਲਦੀ ਹੈ। ਧਾਰਮਿਕ ਸੰਸਕ੍ਰਿਤੀ। ਧਾਰਮਿਕ ਸੰਸਕ੍ਰਿਤੀ ਦੇ ਪੱਖ ਵਿੱਚ ਦੋ ਗੱਲਾਂ ਹਨ। ਇੱਕ ਤਾਂ ਇਹ ਕਿ ਧਾਰਮਿਕ ਸਥਾਨਾਂ ਨੇ ਦੇਸ਼ ਦੇ ਲੋਕਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਿਆ ਹੈ। ਦੂਸਰੇ, ਧਾਰਮਿਕ ਸੰਤਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਹੈ। ਤਿਰੂਪਤੀ, ਜਗਨਨਾਥ ਪੁਰੀ, ਅਮਰਨਾਥ, ਅਜਮੇਰ, ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਪਟਨਾ ਸਾਹਿਬ, ਸ਼੍ਰੀ ਹੇਮਕੁੰਟ ਸਾਹਿਬ ਅਤੇ ਹੋਰ ਤੀਰਥ ਸਥਾਨਾਂ ਉੱਤੇ ਦੇਸ਼ ਦੇ ਸਾਰੇ ਭਾਗਾਂ ਤੋਂ ਲੋਕ ਆਉਂਦੇ ਹਨ ਅਤੇ ਪੂਜਾ ਕਰਦੇ ਹਨ। ਸੰਤਾਂ ਨੇ ਵੀ ਧਾਰਮਿਕ ਤਾਲਮੇਲ ਪੈਦਾ ਕਰਨ ਦਾ ਯਤਨ ਕੀਤਾ ਹੈ। ਭਾਸ਼ਾ ਅਤੇ ਕਲਾ। ਲਗਭਗ ਸਾਰੇ ਉੱਤਰੀ ਭਾਰਤ ਵਿੱਚ ਵੇਦਾਂ ਦਾ ਪ੍ਰਚਾਰ ਸੰਸਕ੍ਰਿਤ ਭਾਸ਼ਾ ਵਿੱਚ ਹੋਇਆ। ਇਸ ਭਾਸ਼ਾ ਦੇ ਮੇਲ ਨਾਲ ਮੱਧ ਯੁੱਗ ਵਿੱਚ ਉਰਦੂ ਦਾ ਜਨਮ ਹੋਇਆ। ਅੱਜ ਅੰਗਰੇਜ਼ੀ ਸੰਪਰਕ ਭਾਸ਼ਾ ਹੈ ਅਤੇ ਹਿੰਦੀ ਰਾਸ਼ਟਰ ਭਾਸ਼ਾ ਹੈ। ਇਹਨਾਂ ਸਭਨਾਂ ਨੇ ਮਿਲ ਕੇ ਇੱਕ ਦੂਸਰੇ ਨੂੰ ਨੇੜੇ ਲਿਆਉਣ ਅਤੇ ਸਮਝਣ ਦਾ ਮੌਕਾ ਦਿੱਤਾ ਹੈ। ਇਸ ਤਰ੍ਹਾਂ ਲੋਕ ਗੀਤਾਂ ਅਤੇ ਲੋਕ ਕਲਾਵਾਂ ਨੇ ਵੀ ਲੋਕਾਂ ਨੂੰ ਸਮਾਨ ਭਾਵਨਾਵਾਂ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਆਵਾਜਾਈ ਅਤੇ ਸੰਚਾਰ ਦੇ ਸਾਧਨ। ਰੇਲਾਂ ਅਤੇ ਸੜਕਾਂ ਨੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੂਰਦਰਸ਼ਨ ਅਤੇ ਅਖਬਾਰਾਂ ਵਰਗੇ ਸੰਚਾਰ ਸਾਧਨਾਂ ਨੇ ਵੀ ਲੋਕਾਂ ਨੂੰ ਰਾਸ਼ਟਰੀ ਸੋਚ ਦੇ ਕੇ ਰਾਸ਼ਟਰੀ ਧਾਰਾ ਨਾਲ ਜੋੜਿਆ ਹੈ। ਪ੍ਰਵਾਸ। ਪਿੰਡਾਂ ਦੇ ਕਈ ਲੋਕ ਸ਼ਹਿਰਾਂ ਵਿੱਚ ਆ ਕੇ ਵਸਣ ਲੱਗੇ ਹਨ। ਜਾਤੀ ਵੱਖਰੇਵਾਂ ਹੁੰਦੇ ਹੋਏ ਵੀ ਇਹ ਇੱਕ ਦੂਸਰੇ ਨੂੰ ਸਮਝਣ ਲੱਗੇ ਹਨ ਅਤੇ ਮਿਲ ਜੁਲ ਕੇ ਰਹਿਣ ਲੱਗੇ ਹਨ। ਇਸ ਤਰ੍ਹਾਂ ਉਹ ਇੱਕ ਦੂਸਰੇ ਦੇ ਨੇੜੇ ਆਏ ਹਨ। ਸੱਚ ਤਾਂ ਇਹ ਹੈ ਕਿ ਕੁਦਰਤੀ ਅਤੇ ਸੱਭਿਆਚਾਰਕ ਤੱਤਾਂ ਨੇ ਇਸ ਦੇਸ਼ ਨੂੰ ਏਕਤਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪ੍ਰਸ਼ਨ, ਸਵਰਜਨਕ ਵਿੱਤ ਤੋਂ ਕੀ ਭਾਵ ਹੈ? ਪ੍ਰਤੱਖ ਅਤੇ ਅਪ੍ਰਤੱਖਕਰਾਂ ਦੀ ਉਦਾਹਰਨਾਂ ਸਹਿਤ ਵਿਆਖਿਆ ਕਰੋ। ਉੱਤਰ, ਸਵਰਜਨਕ ਵਿੱਤ ਤੋਂ ਭਾਵ ਕਿਸੇ ਦੇਸ਼ ਦੀ ਸਰਕਾਰ ਦੇ ਵਿੱਤੀ ਸਾਧਨਾਂ ਅਰਥਾਤ ਆਮਦਨ ਅਤੇ ਖਰਚ ਤੋਂ ਹੈ। ਅਰਥ ਸ਼ਾਸਤਰ ਦੀ ਇਹ ਸ਼ਾਖਾ ਜਿਸ ਵਿੱਚ ਸਰਕਾਰ ਦੀ ਆਮਦਨ ਅਤੇ ਖਰਚ ਸੰਬੰਧੀ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਸਵਰਜਨਕ ਵਿੱਤ ਕਿਹਾ ਜਾਂਦਾ ਹੈ। ਪ੍ਰਤੱਖ ਕਰ। ਪ੍ਰਤੱਖ ਕਰ ਉਹ ਕਰ ਹੁੰਦਾ ਹੈ ਜੋ ਉਸੇ ਵਿਅਕਤੀ ਦੁਆਰਾ ਪੂਰਨ ਰੂਪ ਵਿੱਚ ਦਿੱਤਾ ਜਾਂਦਾ ਹੈ ਜਿਸ ਉੱਤੇ ਕਰ ਲਗਾਇਆ ਜਾਂਦਾ ਹੈ। ਇਸ ਕਿਸਮ ਦੇ ਕਰ ਦਾ ਭਾਰ ਕਿਸੇ ਹੋਰ ਵਿਅਕਤੀ ਉੱਪਰ ਟਾਲਿਆ ਨਹੀਂ ਜਾ ਸਕਦਾ। ਡਾਲਟਨ ਅਨੁਸਾਰ ਪ੍ਰਤੱਖ ਕਰ ਅਸਲ ਵਿੱਚ ਉਸੇ ਵਿਅਕਤੀ ਵੱਲੋਂ ਦਿੱਤਾ ਜਾਂਦਾ ਹੈ ਜਿਸ ਉੱਪਰ ਇਹ ਕਾਨੂੰਨੀ ਰੂਪ ਵਿੱਚ ਲਗਾਇਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਆਮਦਨ ਕਰ, ਉਪਹਾਰ ਕਰ, ਨਿਗਮ ਕਰ, ਸੰਪੱਤੀ ਕਰ ਆਦਿ ਪ੍ਰਤੱਖ ਕਰ ਹਨ। ਅਪ੍ਰਤੱਖ ਕਰ। ਅਪ੍ਰਤੱਖ ਕਰ ਉਹ ਕਰ ਹੈ ਜਿਸ ਨੂੰ ਇੱਕ ਵਿਅਕਤੀ ਉੱਪਰ ਲਗਾਇਆ ਜਾਂਦਾ ਹੈ ਪਰ ਅੰਸ਼ਕ ਜਾਂ ਸੰਪੂਰਨ ਰੂਪ ਵਿੱਚ ਦੂਜੇ ਵਿਅਕਤੀ ਦੁਆਰਾ ਸਹਿਨ ਕੀਤਾ ਜਾਂਦਾ ਹੈ। ਡਾਲਟਨ ਅਨੁਸਾਰ ਅਪ੍ਰਤੱਖ ਕਰ ਉਹ ਕਰ ਹੈ ਜੋ ਲਗਾਏ ਤਾਂ ਕਿਸੇ ਇੱਕ ਵਿਅਕਤੀ ਉੱਤੇ ਜਾਂਦੇ ਹਨ ਪਰ
ਇਸ ਦਾ ਅੰਸ਼ਕ ਜਾਂ ਪੂਰਨ ਰੂਪ ਵਿੱਚ ਭੁਗਤਾਨ ਕਿਸੇ ਦੂਜੇ ਵਿਅਕਤੀ ਨੂੰ ਕਰਨਾ ਪੈਂਦਾ ਹੈ। ਅਪਰਤੱਖ ਕਰ ਦੀਆਂ ਉਦਾਹਰਨਾਂ ਹਨ ਵਿਕਰੀ ਕਰ, ਉਤਪਾਦਨ ਕਰ, ਮਨੋਰੰਜਨ ਕਰ, ਆਯਾਤ ਨਿਰਯਾਤ ਕਰ ਆਦਿ। ਪ੍ਰਸ਼ਨ, ਹਿਮਾਲਿਆ ਤੇ ਉੱਤਰੀ ਪੱਛਮੀ ਪਹਾੜੀਆਂ ਦਾ ਵਰਣਨ ਕਰੋ। ਉੱਤਰ, ਪੰਜਾਬ ਦਾ ਧਰਾਤਲ ਅਨੇਕਤਾਵਾਂ ਵਿਸ਼ੇਸ਼ਤਾਵਾਂ ਨਾਲ ਖੁਸ਼ਹਾਲ ਹੈ। ਇਸ ਪ੍ਰਦੇਸ਼ ਦਾ ਆਕਾਰ ਤ੍ਰਿਕੋਣਾ ਹੈ। ਇਹ ਉੱਤਰ ਵਿੱਚ ਹਿਮਾਲਿਆ ਤੋਂ ਲੈ ਕੇ ਦੱਖਣ ਵਿੱਚ ਸਿੰਧੂ ਅਤੇ ਰਾਜਸਥਾਨ ਤੱਕ ਫੈਲਿਆ ਹੋਇਆ ਹੈ। ਪੱਛਮ ਵਿੱਚ ਇਸ ਦੀ ਹੱਦ ਸੁਲੇਮਾਨ ਅਤੇ ਪੂਰਬ ਵਿੱਚ ਜਮੁਨਾ ਨਦੀ ਨੂੰ ਛੂੰਹਦੀ ਹੈ। ਆਪਣੀਆਂ ਹੱਦਾਂ ਦੇ ਅੰਦਰ ਪੰਜਾਬ ਅੰਗੜਾਈਆਂ ਲੈਂਦਾ ਹੋਇਆ ਵਿਖਾਈ ਦਿੰਦਾ ਹੈ। ਹਿਮਾਲਿਆ ਅਤੇ ਉੱਤਰ ਪੱਛਮੀ ਪਹਾੜੀਆਂ। ਪੰਜਾਬ ਦੇ ਇਸ ਭੌਤਿਕ ਭਾਗ ਦਾ ਵਰਣਨ ਇਸ ਪ੍ਰਕਾਰ ਹੈ। ਹਿਮਾਲਿਆ ਦੀਆਂ ਪਹਾੜੀਆਂ ਪੰਜਾਬ ਵਿੱਚ ਲੜੀਬੱਧ ਹਨ। ਇਹਨਾਂ ਪਹਾੜੀਆਂ ਨੂੰ ਉਚਾਈ ਦੇ ਅਨੁਸਾਰ 3 ਭਾਗਾਂ ਵਿੱਚ ਵੰਡਿਆ ਜਾਂਦਾ ਹੈ: ਮਹਾਨ ਹਿਮਾਲਿਆ, ਮੱਧ ਹਿਮਾਲਿਆ ਅਤੇ ਬਾਹਰੀ ਹਿਮਾਲਿਆ। ਮਹਾਨ ਹਿਮਾਲਿਆ ਦੀਆਂ ਪਹਾੜੀਆਂ ਪੂਰਬ ਵਿੱਚ ਨੇਪਾਲ ਅਤੇ ਤਿੱਬਤ ਵਿੱਚ ਚਲੀਆਂ ਜਾਂਦੀਆਂ ਹਨ। ਪੱਛਮ ਵਿੱਚ ਵੀ ਇਹਨਾਂ ਨੂੰ ਮਹਾਨ ਹਿਮਾਲਿਆ ਕਿਹਾ ਜਾਂਦਾ ਹੈ। ਇਹ ਲੜੀ ਪੰਜਾਬ ਦੇ ਲਾਹੌਰ, ਸਪੱਤੀ ਅਤੇ ਕਾਂਗੜਾ ਜ਼ਿਲ੍ਹਿਆਂ ਨੂੰ ਕਸ਼ਮੀਰ ਤੋਂ ਵੱਖ ਕਰਦੀ ਹੈ। ਇਹਨਾਂ ਪਹਾੜੀ ਇਲਾਕਿਆਂ ਵਿੱਚ ਕੁੱਲੂ ਦੀ ਰਮਣੀਕ ਘਾਟੀ ਅਤੇ ਰੋਹਤਾਂਗ ਦਰਾ ਹੈ। ਇਸ ਲੜੀ ਦੀ ਉਚਾਈ ਲਗਭਗ 58-51 ਮੀਟਰ ਤੋਂ ਲੈ ਕੇ 67-18 ਮੀਟਰ ਦੇ ਵਿਚਕਾਰ ਹੈ। ਇਹ ਪਹਾੜੀਆਂ ਹਮੇਸ਼ਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਮੱਧ ਹਿਮਾਲਿਆ ਨੂੰ ਆਮ ਕਰਕੇ ਪਾਂਗੀ ਪਹਾੜੀਆਂ ਦੀ ਲੜੀ ਕਿਹਾ ਜਾਂਦਾ ਹੈ। ਇਹ ਪਹਾੜੀਆਂ ਰੋਹਤਾਂਗ ਦਰੇ ਤੋਂ ਸ਼ੁਰੂ ਹੁੰਦੀਆਂ ਹਨ। ਇਹ ਚੰਬੇ ਵਿੱਚੋਂ ਨਿਕਲਦੀਆਂ ਚਨਾਬ ਅਤੇ ਰਾਵੀ ਦਰਿਆਵਾਂ ਦੀਆਂ ਘਾਟੀਆਂ ਨੂੰ ਵੱਖ ਕਰਦੀਆਂ ਹਨ। ਇਹਨਾਂ ਪਹਾੜੀਆਂ ਦੀ ਉਚਾਈ ਲਗਭਗ 21-55 ਮੀਟਰ ਹੈ। ਬਾਹਰੀ ਹਿਮਾਲਿਆ ਦੀਆਂ ਪਹਾੜੀਆਂ ਚੰਬਾ ਅਤੇ ਧਰਮਸ਼ਾਲਾ ਵਿਚਕਾਰੋਂ ਲੰਘਦੀਆਂ ਹਨ। ਇਹ ਕਸ਼ਮੀਰ ਤੋਂ ਰਾਵਲਪਿੰਡੀ, ਜੇਹਲਮ ਅਤੇ ਗੁਜਰਾਤ ਜ਼ਿਲ੍ਹਿਆਂ ਦੇ ਪ੍ਰਦੇਸ਼ ਤੱਕ ਜਾ ਪੁੱਜਦੀਆਂ ਹਨ। ਇਹਨਾਂ ਪਹਾੜੀਆਂ ਦੀ ਉਚਾਈ ਲਗਭਗ 923 ਮੀਟਰ ਹੈ। ਇਹਨਾਂ ਪਹਾੜੀਆਂ ਨੂੰ ਧੌਲਾਧਾਰ ਦੀਆਂ ਪਹਾੜੀਆਂ ਵੀ ਕਿਹਾ ਜਾਂਦਾ ਹੈ। ਉੱਤਰ ਪੱਛਮੀ ਪਹਾੜੀਆਂ। ਪੰਜਾਬ ਦੇ ਉੱਤਰ ਪੱਛਮ ਵਿੱਚ ਹਿਮਾਲਿਆ ਦੀਆਂ ਪੱਛਮੀ ਪਹਾੜੀਆਂ ਸਥਿਤ ਹਨ। ਇਹਨਾਂ ਪਹਾੜੀਆਂ ਵਿੱਚ ਕਿਰਥਾਰ ਅਤੇ ਸੁਲੇਮਾਨ ਦੀਆਂ ਪਹਾੜੀ ਲੜੀਆਂ ਸ਼ਾਮਲ ਹਨ। ਇਹਨਾਂ ਪਰਬਤਾਂ ਦੀ ਉਚਾਈ ਵਧੇਰੇ ਨਹੀਂ ਹੈ। ਇਹਨਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਵਿੱਚ ਅਨੇਕਾਂ ਦਰੇ ਹਨ। ਇਹਨਾਂ ਦਰਿਆਂ ਵਿੱਚ ਖੈਬਰ ਦਾ ਦਰਿਆ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਜ਼ਿਆਦਾਤਰ ਹਮਲਾਵਰ ਦੇ ਲਈ ਇਹ ਦਰਾ ਪ੍ਰਵੇਸ਼ ਦੁਆਰ ਬਣਿਆ ਰਿਹਾ। ਪ੍ਰਸ਼ਨ, ਮੌਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਮੂਲ ਭੇਦ ਦੱਸੋ। ਉੱਤਰ, ਮੌਲਿਕ ਅਧਿਕਾਰਾਂ ਅਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਹੇਠ ਲਿਖੇ ਮੂਲ ਫਰਕ ਹਨ। ਮੌਲਿਕ ਅਧਿਕਾਰ ਨਿਆਂਯੋਗ ਹਨ, ਪਰ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਨਿਆਂਯੋਗ ਨਹੀਂ ਹਨ। ਇਸ ਤੋਂ ਭਾਵ ਇਹ ਹੈ ਕਿ ਜੇ ਸਰਕਾਰ ਨਾਗਰਿਕ ਦੇ ਕਿਸੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੀ ਹੈ ਤਾਂ ਨਾਗਰਿਕ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ, ਪਰ ਨਿਰਦੇਸ਼ਕ ਸਿਧਾਂਤ ਦੀ ਉਲੰਘਣਾ ਹੋਣ ਦੀ ਹਾਲਤ ਵਿੱਚ ਦਬਾਅ ਨਹੀਂ ਪਾਇਆ ਜਾ ਸਕਦਾ। ਮੌਲਿਕ ਅਧਿਕਾਰ ਨਕਾਰਾਤਮਕ ਹਨ, ਪਰ ਨਿਰਦੇਸ਼ਕ ਸਿਧਾਂਤ ਸਕਾਰਾਤਮਕ ਹਨ। ਪਰ ਨਕਾਰਾਤਮਕ ਤੋਂ ਭਾਵ ਰਾਜ ਦੀਆਂ ਸ਼ਕਤੀਆਂ ਉੱਤੇ ਰੋਕ ਲਾਉਣ ਤੋਂ ਹੈ ਅਤੇ ਸਕਾਰਾਤਮਕ ਤੋਂ ਭਾਵ ਕੋਈ ਕੰਮ ਕਰਨ ਦੀ ਪ੍ਰੇਰਨਾ ਦੇਣਾ ਹੈ। ਕੁਝ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਨਾਲੋਂ ਸ੍ਰੇਸ਼ਟ ਹਨ, ਕਿਉਂਕਿ ਉਹ ਵਿਅਕਤੀ ਦੀ ਬਜਾਏ ਸਮੁੱਚੇ ਸਮਾਜ ਦੀ ਭਲਾਈ ਦੇ ਲਈ ਹਨ। ਮੌਲਿਕ ਅਧਿਕਾਰਾਂ ਦੇ ਉਦੇਸ਼ ਭਾਰਤ ਵਿੱਚ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ, ਪਰ ਨਿਰਦੇਸ਼ਕ ਸਿਧਾਂਤ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ। ਇਸ ਤਰ੍ਹਾਂ ਨਾਲ ਉਹ ਸਹੀ ਅਰਥਾਂ ਵਿੱਚ ਲੋਕਤੰਤਰ ਨੂੰ ਲੋਕਤੰਤਰ ਬਣਾਉਂਦੇ ਹਨ। ਧੰਨਵਾਦ।